ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਵੈਲਕਮ ਬੈਕ। ਤੁਸੀਂ ਦੇਖ ਰਹੇ ਹੋ ਐਸ ਰਾਜਪ੍ਰੀਤ। ਮੇਰਾ ਨਾਮ ਰਾਜਪ੍ਰੀਤ। ਸਭ ਤੋਂ ਪਹਿਲਾਂ ਤਾਂ ਸੌਰੀ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਵੀਡੀਓ ਥੋੜ੍ਹੀ ਜਿਹੀ ਲੇਟ ਆਈ ਆ ਅਤੇ ਬਟ ਇਹ ਮੇਰੀ ਟਾਸਕ 1 ਦੀ ਫਸਟ ਵੀਡੀਓ ਆ ਅਤੇ ਇਸ ਤੋਂ ਬਾਅਦ ਆਪਣੀਆਂ ਲਗਾਤਾਰ ਹੋਰ ਕਾਫੀ ਵੀਡੀਓਜ਼ ਟਾਸਕ 1 ਅਤੇ ਟਾਸਕ 2  'ਤੇ ਹੀ ਆਉਣਗੀਆਂ। ਅਤੇ ਅੱਜ ਆਪਾਂ ਜਿਹੜੀ ਇਸ ਦੀ ਸ਼ੁਰੂਆਤ ਆ ਆਪਾਂ ਕਰਾਂਗੇ ਪ੍ਰੋਸੈਸ ਚਾਰਟ ਤੋਂ। ਪ੍ਰੋਸੈਸ ਚਾਰਟ ਵੀ ਬਹੁਤ ਔਫਨ ਜਿਹੜਾ ਆਪਾਂ ਕਹਿ ਸਕਦੇ ਵੀ ਐਗਜ਼ਾਮ ਵਿੱਚ ਆਉਂਦਾ ਵਾ ਵੀ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਸੈਸ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਵੀ 2 ਤਰ੍ਹਾਂ ਦੇ ਪ੍ਰੋਸੈਸ ਹੁੰਦੇ, ਮੈਨ ਮੇਡ ਅਤੇ ਇੱਕ ਹੁੰਦਾ ਨੈਚੁਰਲ। ਅੱਜ ਆਪਾਂ ਮੈਨ ਮੇਡ ਪ੍ਰੋਸੈਸ ਕਰਾਂਗੇ ਅਤੇ ਇਹਦੇ ਵਿੱਚ ਜਿਹੜਾ ਇਹ ਸਿੰਪਲ ਆਨਸਰ ਆ, ਇਹਦੇ ਵਿੱਚ ਮੈਂ ਥੋੜ੍ਹਾ ਜਿਹਾ ਡਿਫੀਕਲਟ ਕਹਿ ਸਕਦੇ ਹਾਂ ਆਪਾਂ ਵੀ ਪ੍ਰੋਸੈਸ ਚਾਰਟ ਆ ਉਹਨੂੰ ਮੈਂ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਵੀ ਜਿਹੜਾ ਕਿ ਹਰ ਇੱਕ ਨੂੰ ਈਜ਼ੀਲੀ ਅੰਡਰਸਟੈਂਡ ਹੋਵੇ। ਇਹਦੇ ਨਾਲ ਆਪਾਂ ਇਹ ਵੀ ਖਾਸ ਧਿਆਨ ਰੱਖਿਆ ਵੀ ਆਪਾਂ ਵਧੀਆ ਵਰਡ, ਠੀਕ ਹੈ, ਕੁਛ ਵੋਕੈਬਲਰੀ ਦੇ ਵਰਡਸ ਜਾਂ ਆਪਾਂ ਉਹਨੂੰ ਨਹੀਂ ਵੀ ਰੀਫਰੇਜ਼ ਕਰ ਪਾਉਂਦੇ ਜਾਂ ਵਰਡਸ ਨਹੀਂ ਹੁੰਦੇ ਆ, ਸਿਰਫ ਆਪਾਂ ਸਿੰਪਲ ਲੈਂਗੁਏਜ ਵਿੱਚ ਲਿਖਣਾ ਵਾ। ਆਪਾਂ ਕੁਛ ਇੱਦਾਂ ਦੇ ਪਰਮਾਨੈਂਟ ਸਟਰਕਚਰ ਯੂਜ਼ ਕੀਤੇ ਨੇ ਜਿਹੜੇ ਕਿ ਤੁਹਾਨੂੰ ਥੋੜ੍ਹਾ ਈਜ਼ੀ ਕਰਨਗੇ ਵੀ ਉਹ ਕਿਸੇ ਵੀ ਪ੍ਰੋਸੈਸ ਚਾਰਟ ਵਿੱਚ ਲੱਗ ਸਕਦੇ ਆ, ਜਿਹਦੇ ਨਾਲ ਵੀ ਤੁਹਾਨੂੰ ਜਿਹੜਾ ਚਾਰਟ ਆ ਅੱਗੇ ਤੋਂ ਲਿਖਣਾ ਥੋੜ੍ਹਾ ਈਜ਼ੀ ਹੋ ਜਾਊਗਾ। ਸੋ ਆਪਾਂ ਬਿਨਾਂ ਟਾਈਮ ਵੇਸਟ ਕੀਤੇ ਪ੍ਰੋਸੈਸ ਚਾਰਟ ਨੂੰ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਮੇਕ ਸ਼ੋਰ ਵੀ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਐਂਡ ਤੱਕ ਦੇਖੋ ਅਤੇ ਮੈਨੂੰ ਬਾਅਦ 'ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਓਕੇ, ਪਹਿਲਾਂ ਤਾਂ ਆਪਾਂ ਪੜ੍ਹ ਲਈਏ ਵੀ ਦਾ ਪਿਕਚਰ ਇਲਸਟ੍ਰੇਟ ਦਾ ਵੇ ਇਨ ਵਿਚ ਪੀਪਲ ਕੈਨ ਪ੍ਰੋਡਿਊਸ ਦ ਇਲੈਕਟ੍ਰੀਸਿਟੀ। ਤੁਸੀਂ ਨਾ ਇਹਦੇ ਨਾਲ ਮੇਰੇ ਵਰਡਸ 'ਤੇ ਧਿਆਨ ਜ਼ਰੂਰ ਦੇਣਾ ਵਾ, ਜੋ ਮੈਂ ਬੋਲਦਾ ਪਿਆ ਉਸ 'ਤੇ ਥੋੜ੍ਹਾ ਜਿਹਾ ਫੋਕਸ ਕਰਨਾ ਵਾ। ਇਹ ਕੀ ਆ ਵੀ ਪਿਕਚਰ ਇਲਸਟ੍ਰੇਟ ਕਰਦਾ ਵਾ ਜੇ ਤਰੀਕਾ ਵਿੱਚ ਵਿਦ ਦ ਵੇ ਦੀ ਇੱਕ ਪਿਕਚਰ ਇਲਸਟ੍ਰੇਟ ਕਰਦਾ ਜਿਹਦੇ ਵਿੱਚ ਜਿਹੜੇ ਪੀਪਲ ਆ ਉਹ ਪ੍ਰੋਡਿਊਸ ਕਰ ਸਕਦੇ ਇਲੈਕਟ੍ਰੀਸਿਟੀ ਨੂੰ। ਸੋ ਪਹਿਲਾਂ ਆਪਾਂ ਟਾਸਕ ਇਹਨੂੰ ਸਮਝੀਏ ਗ੍ਰਾਫ ਨੂੰ ਵੀ ਕੀ ਆ। ਇਹ ਜਿਵੇਂ ਆਪਾਂ ਕਹਿ ਸਕਦੇ ਵੀ ਪਿੰਡਾਂ ਵਿੱਚ ਹੁੰਦਾ ਨਾ ਜਿਵੇਂ ਇੱਕ ਗੋਬਰ ਗੈਸ ਕਾਇੰਡ ਆਫ, ਉਹਦੇ ਵਾਂਗੂ ਇੱਕ ਹੈਗਾ ਵਾ। ਇਹਦੇ 'ਚ ਕੀ ਆ ਵੀ ਜਿਹੜੇ ਆਪਣੇ ਗਲਣਯੋਗ ਪ੍ਰੋਡਕਟ ਜਿਹਨੂੰ ਆਪਾਂ ਬਾਇਓਡੀਗ੍ਰੇਡੇਬਲਸ ਕਹਿੰਦੇ ਆ, ਉਹ ਪ੍ਰੋਡਕਟ ਜਿਹਨੂੰ ਡੀਕੰਪੋਜ਼ ਕੀਤਾ ਜਾਂਦਾ ਵੀ ਉਹਨਾਂ ਨੂੰ ਮਿਕਸ ਕਰਕੇ ਪਾਣੀ ਨਾਲ ਉਹਨੂੰ ਢੱਕਣ ਬੰਦ ਕਰਕੇ ਉਹ 'ਚ ਫਿਰ ਜਿਹੜੀ ਗੈਸ ਬਣਦੀ ਆ ਉਹਨੂੰ ਸਟੋਰ ਕਰਕੇ ਫਿਰ ਉਸ ਤੋਂ ਬਾਅਦ ਉਹਨੂੰ ਅੱਗੇ ਯੂਟੀਲਾਈਜ਼ ਕੀਤਾ ਜਾਂਦਾ ਬਿਜਲੀ ਬਣਾਉਣ ਵਾਸਤੇ। ਸੋ ਉਹ ਸਾਰਾ ਪ੍ਰੋਸੈਸ ਉਹਨੂੰ ਸਮਝਾਂਗੇ ਵੀ ਜਿਵੇਂ ਕੀ ਆ ਸਟੀਲ ਟੈਂਕ, ਉਹਨੂੰ 3 to 4 ਵੀ ਮਤਲਬ 100 ਚੋਂ ਤੀਜਾ ਹਿੱਸਾ ਭਰਿਆ ਜਾਂਦਾ ਵਾ ਕਿਹਦੇ ਨਾਲ, ਕੰਪਾਸਟ ਨਾਲ। ਕੰਪਾਸਟ ਮੀਨਸ ਕਿਹੜੇ ਲੀਵ ਅਤੇ ਫੂਡ ਸਕ੍ਰੈਚ, ਕੋਈ ਪੱਤੇ ਵਗੈਰਾ ਹੋ ਗਏ ਲੀਵਸ ਅਤੇ ਕੋਈ ਬੜੇ ਫੂਡ ਦੇ ਛਿਲਕੇ ਜਾਂ ਕੋਈ ਫੂਡ ਹੋ ਗਿਆ, ਠੀਕ ਹੈ ਨਾ, ਉਹਨੂੰ ਅਤੇ ਐਂਡ ਵਾਟਰ। ਇਹਨਾਂ ਤਿੰਨਾਂ ਚੀਜ਼ਾਂ ਨਾਲੋਂ ਬਣਾਇਆ ਜਾਂਦਾ ਵਾ। ਉਹਨੂੰ ਜੋ ਉਹ ਤੋਂ ਬਣਦੀ ਹੈ ਗੈਸ, ਉਹਨੂੰ ਕੀ ਕੀਤਾ ਜਾਂਦਾ ਵਾ ਵੀ ਗੈਸ ਨੂੰ ਇੱਕ ਸਟੋਰੇਜ ਟੈਂਕ ਵਿੱਚ ਜਿਹੜਾ, ਠੀਕ ਹੈ ਨਾ, ਮਥੇਨ ਜਿਹੜਾ ਉਹ ਤੋਂ ਗੈਸ ਬਣਦੀ, ਮਥੇਨ ਗੈਸ ਬਣਦੀ ਹੈ ਜਿਸ ਤੋਂ ਆਪਾਂ ਸਟੋਰੇਜ ਕਰ ਲਿਆ ਜਾਂਦਾ ਵਾ। ਸਟੋਰ ਕਰਕੇ ਉਹਨੂੰ ਬਾਅਦ 'ਚ ਕੰਪਰੈਸਰ, ਇੱਕ ਮਸ਼ੀਨ ਉਹਦੀ ਮਦਦ ਨਾਲ ਉਹਨੂੰ ਭੇਜਿਆ ਜਾਂਦਾ ਵਾ ਇੰਜਨ ਦੇ ਥਰੂ। ਇੰਜਨ ਦੇ ਵਿੱਚ ਭੇਜਣ ਤੋਂ ਬਾਅਦ ਉਹਨੂੰ ਕੀ ਕੀਤਾ ਜਾਂਦਾ ਵਾ ਵੀ ਉਹਦੇ ਵਿੱਚੋਂ ਜਦੋਂ ਇੰਜਨ ਦੇ ਵਿੱਚ ਪਹਿਲਾਂ ਗੈਸ ਜਾਂਦੀ ਹੈ, ਉਹ ਗੈਸ ਕਨਵਰਟ ਹੋ ਕੇ ਨਿਕਲਦੀ ਹੈ ਘਰ 'ਚ ਮਕੈਨੀਕਲ ਐਨਰਜੀ। ਮਕੈਨੀਕਲ ਐਨਰਜੀ ਵੀ ਜਿਹੜੀ ਮਸ਼ੀਨਾਂ ਵਗੈਰਾ ਨੂੰ ਚਲਾਉਂਦੀ ਹੈ ਕਿ ਇੱਦਾਂ ਦੀ ਜਿਵੇਂ ਫੋਰਸ ਨਿਕਲਦਾ ਵਾ ਇੱਕ ਹਵਾ ਵਗੈਰਾ, ਠੀਕ ਹੈ ਨਾ, ਉਹ ਐਨਰਜੀ ਵਿੱਚ ਨਿਕਲ ਕੇ ਉਹ ਬਣ ਜਾਂਦੀ ਹੈ ਜਨਰੇਟਰ ਵਿੱਚ। ਜਨਰੇਟਰ ਜਿਵੇਂ ਟਰਬਾਈਨ ਘੁੰਮਦੀ ਹੁੰਦੀ ਪਾਣੀ ਵਾਲੀ, ਅਤੇ ਜਦੋਂ ਉਹਨੂੰ ਘੁਮਾਉਂਦੀ ਆ, ਜੋ ਜਨਰੇਟਰ ਦੀ ਪਾਸ ਹੁੰਦੀ ਉਹ ਤੋਂ ਬਾਅਦ ਬਣਦੀ ਇਲੈਕਟ੍ਰੀਸਿਟੀ। ਜਦੋਂ ਉਹਨੂੰ ਥੋੜ੍ਹਾ ਫੋਰਸ ਮਿਲਦਾ ਵਾ ਉਹ ਸਟਾਰਟ ਰੋਟੇਟ ਕਰਦੀ, ਰੋਟੇਟ ਨਾਲ ਫਿਰ ਉਹ ਇਲੈਕਟ੍ਰੀਸਿਟੀ ਜਨਰੇਟ ਕਰਦੀ, ਉਹਨੂੰ ਬਾਅਦ ਸਟੋਰ ਕਰ ਲਿਆ ਜਾਂਦਾ ਬੈਟਰੀ ਵਿੱਚ ਜਿਹੜੇ ਆਪਣੇ ਘਰ ਦੇ ਪਰਪਸ ਲਈ ਯੂਜ਼ ਕੀਤਾ ਜਾਂਦਾ ਵਾ। ਸੋ ਇਹ ਆਪਣਾ ਗ੍ਰਾਫ ਆ, ਇਹਨੂੰ ਆਪਾਂ BP1 'ਚ ਇੰਨਾ ਲਿਖਾਂਗੇ, ਜਿਹੜਾ ਆਪਣਾ ਫਸਟ 3 ਸਟੈਪਸ ਆ। BP2 'ਚ ਆਪਾਂ ਰੈਸਟ ਆਫ ਲਿਖਾਂਗੇ। ਸੋ ਤੁਸੀਂ ਨਾਲ ਦੀ ਨਾਲ ਮੇਰੇ ਵਰਡਸ 'ਤੇ ਵੀ ਧਿਆਨ ਦੇਣਾ ਵਾ, ਠੀਕ ਹੈ ਨਾ, ਥੋੜ੍ਹਾ ਮੇਰੇ ਵਰਡਸ 'ਤੇ ਥੋੜ੍ਹਾ ਫੋਕਸ ਕਰਨਾ ਅਤੇ ਬਾਕੀ ਨੂੰ ਸਮਝਣਾ। ਜਿੱਥੇ ਕਿਤੇ ਨਾ ਪਤਾ ਲੱਗਿਆ ਅਤੇ ਤੁਸੀਂ ਮੈਨੂੰ ਲਾਸਟ 'ਤੇ ਕਮੈਂਟ ਕਰਕੇ ਜਾਂ ਤੁਸੀਂ ਡਿਸਕ੍ਰਿਪਸ਼ਨ 'ਚੋਂ ਮੇਰਾ ਨੰਬਰ ਲੱਭ ਕੇ ਤੁਸੀਂ ਮੈਨੂੰ ਕੰਟੈਕਟ ਕਰ ਲਿਓ, ਮੈਂ ਤੁਹਾਨੂੰ ਸ਼ੋਅ ਕਰਦਾ ਵਾਂ। ਓਕੇ, ਮੈਂ ਨਾ 2 ਇੰਟਰੋਸ ਲਿਖੀਆਂ ਅਤੇ 2 ਹੀ ਓਵਰਆਲ ਲਿਖੇ ਨੇ। ਸੋ ਤੁਸੀਂ ਜਿਹੜਾ ਤੁਹਾਨੂੰ ਈਜ਼ੀ ਲੱਗੇ, ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਤੁਸੀਂ ਲਿਖ ਲਿਓ। ਦ ਪ੍ਰੋਸੈਸ ਚਾਰਟ ਡਿਪਿਕਟਸ ਦਾ ਵੇ, ਫਸਟ ਜਿਹੜਾ ਦੀ ਪ੍ਰੋਸੈਸ ਚਾਰਟ ਡਿਪਿਕਟਸ ਦਾ ਵੇ ਜਾਂ ਮੀਡੀਅਮ ਅਪਰੋਚ ਕਹਿ ਸਕਦੇ ਹਾਂ, ਮੈਥਡ ਕਹਿ ਸਕਦੇ ਹਾਂ, ਠੀਕ ਹੈ ਜੀ। ਦਾ ਪ੍ਰੋਸੈਸ ਜਿਹੜਾ ਡਿਪਿਕਟ ਦਰਸਾਉਂਦਾ ਵਾ ਕਿਹੜਾ ਵੇ ਜਾਂ ਮੀਡੀਅਮ ਜਾਂ ਅਪਰੋਚ ਟੂ ਜਨਰੇਟ ਇਲੈਕਟ੍ਰੀਸਿਟੀ ਐਟ ਹੋਮ ਵਿਦ ਕੰਪਾਸਟ ਜਾਂ ਵਿਦ ਮਥੇਨ, ਠੀਕ ਹੈ ਨਾ, ਵੀ ਉਹ ਸਿੰਪਲ ਜਿਹੜਾ ਵੇ ਨੂੰ ਦਰਸਾਉਂਦਾ ਵਾ ਵੀ ਕਿਵੇਂ ਇਲੈਕਟ੍ਰੀਸਿਟੀ ਜਨਰੇਟ ਕੀਤੀ ਜਾਂਦੀ ਆ ਐਟ ਹੋਮ ਵਿਦ ਕੰਪਾਸਟ ਨਾਲ। ਓਕੇ, ਅਗਲਾ ਆ ਗਿਆ ਥੋੜ੍ਹਾ ਜਿਹਾ ਜਿਵੇਂ ਕਹਿ ਸਕਦੇ ਵੀ ਉਦੋਂ ਥੋੜ੍ਹੀ ਜਿਹੀ ਆਪਾਂ ਥੋੜ੍ਹੀ ਜਿਹੀ ਵੀ ਆਪਾਂ ਵਧੀਆ ਇੰਟਰੋ ਲਿਖੀ ਉਸ ਤੋਂ ਬੈਟਰ ਥੋੜ੍ਹੀ ਜਿਹੀ। ਇਹ ਕੀ ਆ, ਦਾ ਡਿਪਿਕਟ ਤੋਂ ਆਪਾਂ ਨਾ ਉਹਦਾ ਡਿਪਿਕਸ਼ਨ ਬਣਾਉਂਦਾ, ਜਿਵੇਂ ਇਲੋਸਟ੍ਰੇਟ ਤੋਂ ਇਲੋਸਟ੍ਰੇਸ਼ਨ ਬਣਦਾ ਵਾ, ਡੈਮੋਨਸਟ੍ਰੇਟ ਤੋਂ ਡੈਮੋਨਸਟ੍ਰੇਸ਼ਨ ਬਣਦਾ ਵਾ, ਉੱਦਾਂ ਹੀ ਡਿਪਿਕਟ ਤੋਂ ਡਿਪਿਕਸ਼ਨ ਬਣਦਾ ਵਾ, ਠੀਕ ਹੈ ਨਾ। ਇੱਕ ਹੋਰ ਤਰੀਕਾ ਜਿਵੇਂ ਦਾ ਡਿਪਿਕਸ਼ਨ ਫਰੋਮ ਪ੍ਰੋਸੈਸ ਚਾਰਟ, ਵੀ ਜਿਹੜੀ ਉਹਦੀ ਡਿਪਿਕਸ਼ਨ ਮੀ ਜਿਹੜੀ ਪਿਕਚਰ ਆ, ਠੀਕ ਹੈ ਨਾ, ਜਿਹੜੀ ਉਹ ਤੋਂ ਦਰਸਾਈ ਗਈ ਚੀਜ਼ ਹੈ, ਜਿਹੜੀ ਡਿਪਿਕਸ਼ਨ ਫਰੋਮ ਕਿਹਦੇ ਤੋਂ, ਪ੍ਰੋਸੈਸ ਚਾਰਟ ਤੋਂ, ਉਹ ਮੇਕਸ ਕਲੀਅਰ, ਉਹ ਕਲੀਅਰ ਕਰਦੀ ਹੈ, ਮੀਨਸ ਕੀ ਉਹ ਇਲੋਸਟ੍ਰੇਟ ਕਰਦੀ, ਸ਼ੋਅ ਕਰਦੀ ਆ। ਜਿਹੜੀ ਦਾ ਡਿਪਿਕਸ਼ਨ ਫਰੋਮ ਪ੍ਰੋਸੈਸ ਚਾਰਟ ਮੇਕਸ ਕਲੀਅਰ, ਵੀ ਉਹਨੂੰ ਸ਼ੋਅ ਕਰਦੀ, ਕੀ ਕਰਦੀ ਆ, ਹਾਊ ਹੋਮ ਮੇਡ ਇਲੈਕਟ੍ਰੀਸਿਟੀ, ਠੀਕ ਹੈ ਨਾ, ਵੀ ਉਹਦੀ ਆਪਾਂ ਇਲੈਕਟ੍ਰੀਸਿਟੀ ਦੱਸੀ ਹੈ, ਉਹਦੇ ਨਾਲ ਹੀ ਆਪਾਂ ਲਾਤਾ ਵਾ ਵੀ ਇਲੈਕਟ੍ਰੀਸਿਟੀ ਕਿੱਦਾਂ ਦੀ ਇਲੈਕਟ੍ਰੀਸਿਟੀ ਜਿਹੜੀ ਕਿ ਘਰੇ ਬਣਾਈ ਜਾਂਦੀ ਆ,
ठीक है। इलैक्ट्रीसिटी विच इज़ मेड एट होम वो थोड़ा जिहा लेंथी होए ना, आपां की बनाता होम मेड इलैक्ट्रीसिटी, ठीक है। जिवें अपने ग्लास विच ब्रोकन आपां कहंदे ब्रोकन ग्लास, जिवें पार्टिसिपल ला दईदा वा, उदां ही आपां इत्थे लाता इलैक्ट्रीसिटी। किहड़ी इलैक्ट्रीसिटी? होम मेड इलैक्ट्रीसिटी कैन बी जनरेटेड, ठीक है ना। इत्थे आपां पैसिव विच बनाया, उपरली अपनी सिंपल सीगी, आपां पैसिव विच बनाया। हाउ होम मेड इलैक्ट्रीसिटी कैन बी जनरेटेड, किवें? बाय अवेलिंग। अवेलिंग की हुंदा वा? वेल यूज़ का सिनोनिम वेल होंदा फायदा चुकना, लाभ उठाना, उदा ही यूज़ करना भी होंदा वा। बाय अवेलिंग वेस्ट मटीरियल्स, वेस्ट मटीरियल लिखो, डीकंपोजर्स लिखो, बायोडिग्रेडेबल्स लिखो, कुछ लिखो, ठीक है ना। द डिपिक्शन जी डिपिक्शन आ फ्रॉम इलोस्ट्रेट आ वो क्लीयर करती है, वो क्योंकि सिंगलर इस मेक्स लगा वा, मेक्स क्लीयर भी जिवें शो करती आ, ठीक है ना। मेक्स क्लीयर किवें? हाउ होम मेड इलैक्ट्रीसिटी कैन बी जनरेटेड, भी होम मेड इलैक्ट्रीसिटी किवें जनरेट की जा सकती आ, किवें अवेल करके फायदा जाके किहदा? वेस्ट मटीरियल्स का। ओके, ये होगी अपनी इंट्रो। हुण मैं आपां करदे ओवरऑल ओवरव्यू जिन्होंने आपां कहने आ, ओवरऑल ओवरव्यू, ठीक है। मैं दो लिखे फिर इंट्रो वांगू अगेन की आ। ओवरऑल द प्रोसैस इनवॉल्वस, कंटेन्स, कंसिस्ट ਜਾਂ ਇਨਕਲੂਡਸ, ਇਹ ਹਨ ਚਾਰ ਸਿਨੋਨਿਮ ਨੇ। ਇਹਨਾਂ ਨੂੰ ਤੁਸੀਂ ਜਿਹੜਾ ਮਰਜ਼ੀ ਐਜ਼ ਯੂਰ ਵਿਸ਼ ਜੋ ਮਰਜ਼ੀ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜਾ ਪ੍ਰੋਸੈਸ ਚਾਰਟ ਆ ਇਨਵੋਲਵ ਕਰਦਾ, ਇਨਵੋਲਵ ਮੀਨਸ ਸ਼ਾਮਲ ਕਰਦਾ ਵਾ, ਕੰਟੇਨ ਕਰਦਾ ਵੀ ਸ਼ਾਮਲ ਰੱਖਦਾ ਦੇ ਵਿੱਚ, ਕੰਟੇਨ ਕਰਦਾ, ਕੰਟੇਨ ਹੁੰਦਾ ਵੀ ਆਪ ਜਿਵੇਂ ਉਹਦੇ ਵਿੱਚ ਮੌਜੂਦ ਹੋਣਾ, ਸ਼ਾਮਲ ਹੋਣਾ। ਕੰਟੇਨਸ, ਕੰਸਿਸਟ ਅਤੇ ਇਨਕਲੂਡਸ, ਕੀ ਇਨਕਲੂਡ ਕਰਦਾ ਵਾ? ਟੋਟਲ 6 ਸਟੇਜਸ, ਵੀ ਟੋਟਲ 6 ਸਟੇਜਸ ਨੂੰ ਕੰਟੇਨ ਕਰਦਾ, ਕੰਸਿਸਟ ਕਰਦਾ ਵਾ। ਆਪਾਂ ਲਾਉਂਦੇ ਵਿਚ ਇਜ਼ ਕਮੈਂਸਿੰਗ, ਵੀ ਵਿਚ ਇਜ਼ ਸਟਾਰਟਿੰਗ, ਉਹ ਵਿਚਿਜ਼ ਨੂੰ ਕੱਟਣ ਦੇ ਲਈ ਜਿਹੜਾ ਆਪਾਂ ਉਹਦੇ ਵਿੱਚ ਲਾਉਂਦੇ ਹਾਂ, ਵਿਚਿਜ਼ ਨੂੰ ਕੱਟਣ ਲਈ ਆਪਾਂ ਕੌਮਾ ਲਾ ਸਕਦੇ ਹਾਂ। ਜਦੋਂ ਆਪਾਂ ਵਿਚਿਜ਼ ਲਾਉਣਾ ਵਾ ਉੱਥੇ ਆਪਾਂ ਕੌਮਾ ਲਾ ਸਕਦੇ ਹਾਂ, ਵਿਚ ਇਜ਼ ਉੱਥੇ, ਠੀਕ ਹੈ। ਤੁਸੀਂ ਅਗਰ ਮੈਂ ਕੌਮਾ ਲਾਇਆ ਵਾ ਦੇਖੋ, विच इज़ कमेंसिंग, कमेंसिंग ने स्टार्ट होना, इनिशिएटिंग लिख सकते, कमेंसिंग लिख सकते, बिगिनिंग लिख सकते हैं। विच इज़ कमेंसिंग फ्रॉम कलैक्शन, कलैक्शन आपां कलैक्ट तो वर्ब बनाता कलैक्शन। तुसीं बेसिक तुहानूं वर्ड्स नहीं आउंदेगे, बट तुसीं उहदी जिहड़ी पार्ट ऑफ स्पीच आउंदी है ना, भी वर्ब नूं किवें आपां नाउन विच जां किवें एडजैक्टिव विच किसी भी एडवर्ब विच किवें चेंज करना वा, तां तुहानूं बहुत ज़्यादा तुसीं वधिया एक टास्क वैरायटी नाल लिख सकते। कलैक्ट तो आपां की करता? कलैक्शन ऑफ कंपास्ट ਜਾਂ डिस्पोजल ਜਾਂ बायोडिग्रेडेबल्स, ਜਿਹੜੀ ਕੀ ਆ ਕਮੈਂਸਿੰਗ ਫਰੋਮ, ਵੀ ਸ਼ੁਰੂ ਕਿੱਥੋਂ ਹੁੰਦਾ ਵਾ? ਉਹਨਾਂ ਨੇ ਕਲੈਕਸ਼ਨ ਤੋਂ, ਬਾਇਓਡੀਗ੍ਰੇਡੇਬਲਸ ਦੀ ਮਟੀਰੀਅਲ ਦੀ, ਉਹਨਾਂ ਦੀ ਕਲੈਕਸ਼ਨ ਤੋਂ। ਵਾਈਲ ਐਂਡਿੰਗ ਐਟ, ਐਂਡ ਹੁੰਦਾ ਪਿਆ ਕਿੱਥੇ ਹੁੰਦਾ ਪਿਆ ਵਾ? ਡਿਸਟਰੀਬਿਊਸ਼ਨ ਟੂ ਹਾਊਸ ਹੋਲਡ ਜਾਂ ਯੂਜ਼ਡ ਐਟ ਹਾਊਸ ਹੋਲਡ। ਇਹ ਹੋ ਗਿਆ ਇੱਕ ਪ੍ਰੋਪਰ ਸਟਰਕਚਰ। ਤੁਸੀਂ ਇਹਨੂੰ ਕਿਸੇ ਵੀ ਪ੍ਰੋਸੈਸ ਚਾਰਟ ਵਿੱਚ ਲਾ ਸਕਦੇ ਹੋ। ਵੀ ਜਿਹੜਾ ਪ੍ਰੋਸੈਸ ਜਿਹੜਾ ਸ਼ੁਰੂ ਇੱਥੋਂ ਹੁੰਦਾ ਵਾ, ਇੰਨੀਆਂ ਸਟੇਜ ਇਨਕਲੂਡ ਕਰਦਾ, ਫਿਰ ਸ਼ੁਰੂ ਇੱਥੋਂ ਹੁੰਦਾ ਵਾ ਕੌਮਾ ਲਾ ਕੇ, ਕਮੈਂਸਿੰਗ ਫਰੋਮ ਡੈਸ਼ ਤੋਂ, ਐਂਡ ਵਾਈਲ ਐਂਡਿੰਗ ਐਟ ਕਿੱਥੇ? ਜਾਂ ਐਂਡਿੰਗ ਵਿਦ ਡੈਸ਼। ਓਕੇ, ਅਗਲਾ ਲਿਖਤਾ ओवरऑल दी कंसिस्टेंस ਜਾਂ ਦੀ ਇਨਵੋਲਵਮੈਂਟ। ਕੰਸਿਸਟੈਂਸ ਮੀਨ ਜਿਹੜਾ ਕੰਸਿਸਟ ਤੋਂ ਬਣਦਾ ਵਾ ਕੰਸਿਸਟੈਂਟ। ਜਿਵੇਂ ਤੁਹਾਨੂੰ ਦੱਸਿਆ ਵੀ ਪਾਰਟ ਆਫ ਸਪੀਚ ਜਿਹਨੂੰ ਆਉਂਦੀ ਆ ਤਾਂ ਉਹਨੂੰ ਬਹੁਤ ਜ਼ਿਆਦਾ ਵੈਰਾਈਟੀ ਆਉਂਦੀ ਆ। ਵੀ ਜਿਵੇਂ ਕੀ ਆ ਕੰਸਿਸਟੈਂਸ ਵੀ ਜਿਹੜੀ ਉਹਦੀ ਮੌਜੂਦਗੀ ਆ, ਜਾਂ ਇਨਵੋਲਵਮੈਂਟ ਵੀ ਉਹਨਾਂ ਦੀ ਜਿਹੜੀ ਸ਼ਾਮਲ ਹੋ, ਜਿਹੜੀ ਉਹਦੀ ਮੌਜੂਦਗੀ ਆ ਉਸ ਪ੍ਰੋਸੈਸ ਦੇ ਵਿੱਚ, ਕਿਹਨਾਂ ਦੀ ਮੌਜੂਦਗੀ ਆ? ਦੀ ਇਨਵੋਲਵਮੈਂਟ ਜਾਂ ਕੰਸਿਸਟੈਂਸ, ਇਨਵੋਲਵਮੈਂਟ ਆਫ 6 ਸਟੇਜ, ਜਿਹੜੀ 6 ਸਟੇਜ ਦੀ ਇਨਵੋਲਵਮੈਂਟ ਆ, ਮੇਕਸ ਇਟ ਏ ਲੌਂਗਰ, ਵੀ ਇਹਨੂੰ ਜਿਹੜਾ ਇਟ ਮੀਨ ਜਿਹੜਾ ਪ੍ਰੋਸੈਸ ਆ ਉਹਨੂੰ ਇੱਕ ਲੌਂਗਰ ਪ੍ਰੋਸੈਸ, ਇੱਕ ਲੰਬਾ, ਜਾਂ ਟਾਈਮ ਕੰਜ਼ਿਊਮਿੰਗ ਕਹਿ ਸਕਦੇ ਹਾਂ, ਜਾਂ ਟਾਈਮ ਟੇਕਿੰਗ ਕਹਿ ਸਕਦੇ ਹਾਂ। ਮੇਕਸ ਇਟ ਲੌਂਗਰ, ਮੇਕਸ ਇਟ ਟਾਈਮ ਕੰਜ਼ਿਊਮਿੰਗ, ਮੇਕਸ ਇਟ ਟਾਈਮ ਟੇਕਿੰਗ ਪ੍ਰੋਸੈਸ ਵਿੱਚ। ਇੱਥੇ ਟਰਮਸ ਨੂੰ ਕੱਟ ਦਿਓ, ਠੀਕ ਹੈ, ਮਿਸਟੇਕ ਨਹੀਂ ਲਿਖਿਆ ਗਿਆ। ਵਿੱਚ ਇਨਕਲੂਡਸ, ਜਿਹੜਾ ਕਿ ਇਨਕਲੂਡ ਕਰਦਾ, ਸ਼ਾਮਲ ਕਰਦਾ, ਕੀ ਕਰਦਾ ਵਾ? ਕੰਪਾਸਟ ਐਟ ਫਸਟ, ਜਿਹੜੇ ਫਸਟ 'ਤੇ ਜਿਹੜੀ ਕੰਪਾਸਟ ਆ ਜਿਹੜੀ ਉਹਨੂੰ ਇਨਕਲੂਡ ਕਰਦਾ, ਵੀ ਕੰਟੇਨ ਕਰਦਾ ਵਾ। ਟੂ ਕਾਹਦੇ ਲਈ? ਟੂ ਕਨਵਰਟ ਇਨਟੂ ਪਾਵਰ, ਵੀ ਉਹਨੂੰ ਪਾਵਰ ਦੇ ਵਿੱਚ ਕਨਵਰਟ ਕਰਨ ਦੇ ਲਈ। ਇਹ ਜਿਵੇਂ ਕਿਸੇ ਵੀ ਪ੍ਰੋਸੈਸ ਦੀ ਬਿਗਨਿੰਗ ਹੁੰਦੀ, ਉੱਥੇ ਆਪਾਂ ਲਾ ਸਕਦੇ ਵੀ ਇੰਨੀਆਂ ਸਟੇਜਸ ਆ, ਇਹਨੂੰ ਲੰਬਾ ਪ੍ਰੋਸੈਸ ਬਣਾ ਦਿੰਦੀਆਂ, ਜਿਹਦਾ ਕਿ ਇਨਕਲੂਡ ਕਰਦਾ, ਕੀ ਕਰਦਾ ਵਾ? ਜਿਹੜਾ ਪਹਿਲਾ ਰॉ ਮਟੀਰੀਅਲ ਆ, ਠੀਕ ਆ, ਕਾਹਦੇ ਲਈ? ਉਹਨੂੰ ਕਨਵਰਟ ਕਰਨ ਦੇ ਲਈ, ਜਾਂ ਉਹਨੂੰ ਸ਼ੇਪ ਦੇਣ ਲਈ, ਕਾਹਦੀ? ਡੈਸ਼ ਦੀ, ਠੀਕ ਹੈ ਨਾ। ਜਿਵੇਂ ਕਿਸੇ ਵੀ ਚੀਜ਼ ਦਾ ਆਪਾਂ ਪ੍ਰੋਸੈਸ ਲੈ ਇੱਟਾਂ ਦਾ ਕਰਦੇ ਪਏ, ਵੀ ਰॉ ਮਟੀਰੀਅਲ ਤੋਂ ਇੱਟਾਂ ਬਣਦੀਆਂ ਵਾ, ਉੱਥੇ ਫਿਰ ਆਪਾਂ ਫਸਟ ਅਤੇ ਐਂਡਿੰਗ ਸਟੇਜ ਲਿਖ ਸਕਦੇ। ਇਹ ਆਪਣੇ ਦੋ ਓਵਰਆਲ ਸੀਗੇ। ਤੁਸੀਂ ਕਿਸੇ ਵੀ ਪ੍ਰੋਸੈਸ ਚਾਰਟ 'ਚ ਅਕੋਰਡਿੰਗ ਟੂ, ਜਿਵੇਂ ਮੈਨ ਮੇਡ ਪ੍ਰੋਸੈਸ ਮੀਨਸ ਆਈ ਮੀਨ ਟੂ ਸੇ, ਵੀ ਉਹਦੇ ਵਿੱਚ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਓਕੇ, ਦੈਨ ਆਪਾਂ ਨੈਕਸਟ ਕਰਦੇ ਹਾਂ BP1। ਦੀ ਪ੍ਰੋਸੈਸ, ਇੱਥੇ ਇਸ ਦਾ ਆਉਣਾ ਵਾ, ਮਿਸਟੇਕ ਰਹਿ ਗਿਆ ਸੀਗਾ। ਦੀ ਪ੍ਰੋਸੈਸ ਇਜ਼ ਇਨੀਸ਼ੀਏਟਿੰਗ ਵਿਦ, ਕਿਵੇਂ ਸ਼ੁਰੂ ਹੋ ਜਾਂਦਾ? ਦੇਖੋ ਆਪਾਂ ਪ੍ਰੋਸੈਸ ਕੀਤਾ ਨਾ, ਵੀ ਪਹਿਲਾਂ ਉਹ 'ਚ ਸਟੀਲ ਪਾਇਆ ਜਾਂਦਾ ਟੈਂਕ ਦੇ ਵਿੱਚ, ਫਿਰ ਉਹਨੂੰ ਸਟੋਰ ਕੀਤਾ ਜਾਂਦਾ ਮਥੇਨ ਨੂੰ, ਫਿਰ ਉਹਨੂੰ ਕੰਪਰੈਸਰ ਵਿੱਚ ਦੀ ਕੱਢਿਆ ਜਾਂਦਾ। ਸੋ ਆਪਾਂ ਉਹ 3 ਸਟੇਜਸ ਲਿਖਣੀਆਂ ਵਾ। ਦੀ ਪ੍ਰੋਸੈਸ ਇਜ਼ ਇਨੀਸ਼ੀਏਟਿੰਗ, ਇਨੀਸ਼ੀਏਟਿੰਗ ਹੁੰਦਾ ਸ਼ੁਰੂਆਤ ਹੋਣਾ, ਇਨੀਸ਼ੀਏਟਿੰਗ ਵਿਦ ਫਿਲਿੰਗ ਏ ਸਟੀਲ ਟੈਂਕ ਅਰਾਊਂਡ 70%। ਉੱਥੇ ਲਿਖਿਆ ਸੀ ਤੀਜੇ ਤੋਂ ਚੌਥਾ ਹਿੱਸਾ, ਵੀ ਚਾਰਾਂ 'ਚੋਂ ਤੀਜਾ ਹਿੱਸਾ, ਆਪਾਂ ਲਿਖਤਾ ਅਰਾਊਂਡ 70%, ਮੀਨਸ ਵੀ ਆਲਮੋਸਟ 66%। ਜਿਹੜਾ ਪ੍ਰੋਸੈਸ ਹੈ ਇਨੀਸ਼ੀਏਟ ਹੋ ਰਿਹਾ, ਕਿਵੇਂ ਹੋ ਰਿਹਾ? ਵਿਦ ਫਿਲਿੰਗ ਨੂੰ ਭਰ ਕੇ ਇਹ ਸਟੀਲ ਟੈਂਕ ਅਰਾਊਂਡ 70%, ਜਿੱਥੇ ਵੇਸਟ ਮਟੀਰੀਅਲ, ਜਿਹੜੇ ਵੇਸਟ ਮਟੀਰੀਅਲਸ ਆ
ਹੁਣ ਜਿਹੜੇ ਵੇਸਟ ਮਟੀਰੀਅਲ ਆਪਾਂ ਲੈਂਦੇ ਨਾ, ਸੱਚ ਮੈਂ ਅੱਗੇ ਵੀ ਇੱਕ ਦੱਸਿਆ ਸੀਗਾ ਵੀਡੀਓ ਵਿੱਚ ਵੀ ਜਿਹੜੇ ਵੇਸਟ ਮਟੀਰੀਅਲਸ ਆ, ਜਦੋਂ ਆਪਾਂ ਕੋਈ ਵੀ ਚੀਜ਼ ਨਾਉਨ ਲਿਖ ਤੋਂ ਬਾਅਦ ਆਪਾਂ ਉਹਨੂੰ ਦੱਸਣਾ ਸੱਚ ਹੈ ਜਾਂ ਲਾਈਕ ਲਿਖਣਾ ਵਾ, ਉਹਨੂੰ ਕੱਟਣ ਦੇ ਲਈ ਆਪਾਂ ਜਿਹੜੇ ਆ ਕਲੋਨ ਆ ਜਿਹੜੇ ਡਬਲ ਬਿੰਦੀਆਂ ਜੀ ਹੁੰਦੀਆਂ ਵਾ, ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਠੀਕ ਹੈ ਨਾ, ਜਿੱਥੇ ਆਪਾਂ ਸੱਚ ਲਿਖਣਾ ਉਹਨੂੰ ਕੱਟ ਕੇ ਆਪਾਂ ਜਿਹੜੀਆਂ ਡਬਲ ਬਿੰਦੀਆਂ ਜਾਂ ਜਿਹਨੂੰ ਆਪਾਂ ਕਲੋਨ ਕਹਿੰਦੇ ਹਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਕਿਹੜੇ ਵੇਸਟ ਮਟੀਰੀਅਲਸ? ਲੀਵਸ ਫੂਡ ਐਂਡ ਸਕ੍ਰੈਪਸ। ਠੀਕ ਹੈ, ਫੂਡ ਸਕ੍ਰੈਪਸ ਦੋਨੇ ਇਕੱਠੇ ਹੀ ਆ ਵੀ ਜਿੱਥੇ ਵੇਸਟ ਮਟੀਰੀਅਲਸ ਕੀ ਹੁੰਦੇ ਨੇ ਉਹ ਤੋਂ ਬਾਅਦ ਲਾਈਨ ਅੱਗੇ ਸ਼ੁਰੂ ਹੋ ਗਈ ਮਿਕਸ ਵਿਦ ਵਾਟਰ ਜਾਂ ਆਰ ਮਿਕਸਡ ਵਿਦ ਵਾਟਰ, ਦੋਨੇ ਸਹੀ ਆ ਵੀ ਉਹ ਮਿਕਸ ਹੁੰਦੇ ਆ ਵਾਟਰ ਨਾਲ ਜਾਂ ਮਿਕਸ ਕੀਤੇ ਜਾਂਦੇ ਆ ਵਾਟਰ ਨਾਲ। ਅੱਗੇ ਕੀ ਹੁੰਦਾ ਵਾ, ਆਪਾਂ ਇੱਥੋਂ ਤੱਕ ਲਿਖਤਾ ਪਹਿਲਾਂ ਵੀ ਉਹਨੂੰ ਫਿਲ ਕੀਤਾ ਜਾਂਦਾ 70%, ਜਿੱਥੇ ਕਿ ਉਹਨਾਂ ਨੂੰ ਮਿਕਸ ਕੀਤਾ ਜਾਂਦਾ ਵਾਟਰ ਨਾਲ। ਅੱਗੇ ਕੀ ਲਿਖਤਾ? ਦੀ ਰਿਜ਼ਲਟਡ ਗੈਸ। ਹੁਣ ਜਿਹੜੀ ਉਹ ਤੋਂ ਗੈਸ ਬਣਦੀ ਆ ਉਹ ਕੀ ਆ ਵੀ ਜਿਹੜੀ ਆ ਰਿਜ਼ਲਟਡ ਗੈਸ ਵੀ ਉਹ ਜਿਹੜੇ ਪ੍ਰੋਸੈਸ ਤੋਂ ਬਣੀ ਹੋਈ ਗੈਸ ਉਹਨੂੰ ਆਪਾਂ ਕੀ ਕਹਾਂਗੇ? ਰਿਜ਼ਲਟਡ ਗੈਸ। ਜਿਹੜੀ ਉਹ ਤੋਂ ਗੈਸ ਨਿਕਲੀ ਹੋਈ ਆ, ਰਿਜ਼ਲਟਡ ਗੈਸ ਇਜ਼ ਟਰਾਂਸਫਰਡ, ਵੀ ਟਰਾਂਸਫਰ ਕੀਤੀ ਜਾਂਦੀ, ਟਰਾਂਸਫਰ ਮੀਨ ਸੈਂਟ ਕੀਤੀ ਜਾਂਦੀ ਆ। ਠੀਕ ਹੈ ਨਾ, ਟਰਾਂਸਫਰਡ ਟੂ ਸਟੋਰੇਜ ਟੈਂਕ। ਸਟੋਰੇਜ ਟੈਂਕ ਨੂੰ ਆਪਾਂ ਪ੍ਰਜ਼ਰਵੇਸ਼ਨ ਵੀ ਟੈਂਕ ਕਹਿ ਸਕਦੇ। ਪ੍ਰਜ਼ਰਵੇਸ਼ਨ ਹੁੰਦਾ ਬਚਾ ਕੇ ਰੱਖਣ ਵਾਲੀ ਕੋਈ ਚੀਜ਼, ਪ੍ਰਜ਼ਰਵ ਕਰਨਾ, ਬਚਾਉਣਾ। ਪ੍ਰਜ਼ਰਵੇਸ਼ਨ ਟੈਂਕ ਵਿਚ ਇਜ਼ ਅਟੈਚਡ ਟੂ ਅ ਮਸ਼ੀਨ, ਜਿਹੜਾ ਕਿ ਇੱਕ ਮਸ਼ੀਨ ਦੇ ਨਾਲ ਅਟੈਚਡ ਆ। ਕਿਹੜੀ ਮਸ਼ੀਨ ਆ? ਡੈਟ ਇਜ਼ ਕਾਲਡ ਕੰਪਰੈਸਰ, ਜਿਹਨੂੰ ਕਿ ਕੰਪਰੈਸਰ ਕਿਹਾ ਜਾਂਦਾ ਵਾ। ਠੀਕ ਹੈ ਨਾ, ਇੱਕ ਇੱਦਾਂ ਦੀ ਚੀਜ਼ 'ਚ ਟਰਾਂਸਫਰ ਕੀਤਾ ਜਾਂਦਾ ਵਾ ਜਿਹਨੂੰ ਪ੍ਰਜ਼ਰਵੇਸ਼ਨ ਟੈਂਕ, ਜਿਹੜਾ ਕਿ ਜੁੜਿਆ ਹੋਇਆ। ਪ੍ਰਜ਼ਰਵੇਸ਼ਨ ਟੈਂਕ ਕਿਹਦੇ ਨਾਲ ਜੁੜਿਆ ਹੋਇਆ? ਇੱਕ ਕੰਪਰੈਸਰ ਨਾਲ। ਅੱਗੇ ਆ ਗਿਆ, ਇਹ ਆਪਣੀ ਸੈਕਿੰਡ ਸਟੇਜ ਹੋ ਗਈ, ਸਟੈਪ ਹੋ ਗਿਆ। ਇਨ ਦੀ ਸਬਸੀਕੁਐਂਟ ਸਟੇਜ, ਵੀ ਸਬਸੀਕੁਐਂਟ ਹੁੰਦਾ ਜਿਹੜੀ ਆਉਣ ਵਾਲੀ ਜਾਂ ਨਾਲ ਦੀ, ਜਾਂ ਇਨ ਦੀ ਨੈਕਸਟ ਕਹਿ ਸਕਦੇ, ਇਨ ਦੀ ਫੋਲੋਇੰਗ ਕਹਿ ਸਕਦੇ ਹਾਂ। ਠੀਕ ਹੈ, ਇਨ ਦੀ ਨੈਕਸਟ ਸਟੇਜ, ਇਨ ਦੀ ਸਬਸੀਕੁਐਂਟ ਸਟੇਜ ਕੀ ਹੁੰਦਾ ਵਾ? ਦੀ ਕੰਪਰੈਸਰ, ਜਿਹੜਾ ਕੰਪਰੈਸਰ ਆ ਉਹ ਹੈਲਪ ਕਰਦਾ, ਹੈਲਪਸ ਟੂ ਕ੍ਰੀਏਟ ਅ ਫੋਰਸ, ਵੀ ਇੱਕ ਫੋਰਸ ਨੂੰ ਕ੍ਰੀਏਟ ਕਰਨ ਵਿੱਚ ਹੈਲਪ ਕਰਦਾ ਵਾ। ਕਾਹਦੇ ਲਈ? ਵਿਚ ਇਜ਼ ਯੂਜ਼ਡ, ਜਿਹੜਾ ਕਿ ਵਰਤਿਆ ਜਾਂਦਾ ਵਾ। ਕਾਹਦੇ ਲਈ ਵਰਤਿਆ ਜਾਂਦਾ ਵਾ? ਵਿਚ ਇਜ਼ ਯੂਜ਼ਡ ਆਫਟਰਵਰਡਸ ਮੀਨਸ ਬਾਅਦ ਵਿੱਚ ਵਰਤਿਆ ਜਾਂਦਾ। ਕਾਹਦੇ ਲਈ? ਫੋਰ ਦੀ ਪਰਪਸ ਆਫ ਮੇਕਿੰਗ, ਵੀ ਉਹਨੂੰ ਬਣਾਉਣਾ, ਕੀ ਕਰਨਾ? ਇਟ ਪਾਸ। ਇਟ ਮੀਨਸ ਕਿਹੜਾ ਜਿਹੜਾ ਉਹ ਗੈਸ ਬਣੀ ਵੀ ਆ। ਵਿਚ ਇਜ਼ ਯੂਜ਼ਡ ਆਫਟਰਵਰਡਸ, ਜਿਹਨੂੰ ਬਾਅਦ ਵਿੱਚ ਯੂਜ਼ ਕੀਤਾ ਜਾਂਦਾ। ਕਾਹਦੇ ਲਈ? ਫੋਰ ਦੀ ਪਰਪਸ ਆਫ, ਕਿਸ ਪਰਪਸ ਲਈ? ਮੇਕਿੰਗ ਇਟ ਪਾਸ, ਵੀ ਜਿਹੜੀ ਗੈਸ ਉਹਨੂੰ ਪਾਸ ਕਰਨਾ ਕਿਹਦੇ ਥਰੂ? ਇੰਜਨ, ਜਿਹੜੀ ਆਪਣੀ ਫੋਰਥ ਸਟੇਜ ਆ। ਠੀਕ ਹੈ ਨਾ, ਆਪਾਂ ਇੱਥੇ ਹੁਣ ਜਿਵੇਂ ਦੇਖੋ ਮੇਕਿੰਗ ਇਟ ਪਾਸ ਥਰੂ ਕਮਿਸ਼ਨ ਇੰਜਨ, ਜਿਵੇਂ ਆਪਾਂ ਨੂੰ ਗ੍ਰਾਫ ਦੇਖੀਏ ਇਹਦੇ 'ਚ ਕੀ ਆ, ਆਪਾਂ ਜਿਹੜੀਆਂ 3 ਮੇਨ ਸਟੇਜਸ ਆ, ਜਿਹੜੀ ਫਸਟ ਉਹਨੂੰ ਆਪਾਂ ਕਵਰ ਕਰ ਲਿਆ ਵੀ ਪਹਿਲਾਂ ਪਾਤੀ। ਠੀਕ ਹੈ, ਇਹਦੇ ਵਿੱਚ ਇਸ ਤੋਂ ਜਿਹੜੀ ਰਿਜ਼ਲਟਡ ਗੈਸ ਹੋਈ ਉਹ ਸਟੋਰੇਜ ਟੈਂਕ ਪ੍ਰਜ਼ਰਵੇਸ਼ਨ ਟੈਂਕ ਵਿੱਚ ਚਲੇਗੀ, ਉਹ ਡਾਇਰੈਕਟਲੀ ਲਿੰਕ ਆ ਕੰਪਰੈਸਰ ਨੂੰ, ਜਿਹੜਾ ਕਿ ਫੋਰਸ ਕ੍ਰੀਏਟ ਕਰਦਾ। ਕਿੱਥੇ ਕਰਦਾ ਵਾ? ਕਿਹਦੇ ਲਈ? ਇਹਦੇ ਵਿੱਚ ਪਾਸ ਆਊਟ ਕਰਨ ਦੀ, ਇਹਦੇ ਵਿੱਚ ਦੀ ਪਾਸ ਆਊਟ, ਜਿਹੜਾ ਇੰਜਨ ਇਹਦੇ ਵਿੱਚ ਦੀ ਪਾਸ ਆਊਟ ਕਰਨ ਲਈ। ਹੁਣ ਆਪਾਂ ਇੱਥੋਂ ਤੱਕ ਲਿਖਤਾ, ਆਪਾਂ ਇੱਥੋਂ ਤੱਕ ਲਿਖਦਾ ਇਹਦੇ ਵਿੱਚ ਦੀ ਪਾਸ ਹੁੰਦੀ, ਇਹ ਨਹੀਂ ਦੱਸਿਆ ਵੀ ਇਹਦੇ ਵਿੱਚ ਦੀ ਪਾਸ ਹੋ ਕੇ ਕੀ ਬਣਦਾ ਵਾ ਜਾਂ ਕਿਉਂ ਬਣਦੀ ਆ, ਕਿਉਂ ਪਾਸ ਕੀਤੀ ਜਾਂਦੀ ਜਾਂ ਕਿਵੇਂ ਪਾਸ ਕੀਤੀ ਜਾਂਦੀ ਆ। ਠੀਕ ਹੈ ਨਾ, ਆਪਣੇ ਕੋਲ 3 ਕੁਐਸਚਨਸ ਨੇ, ਸੋ ਆਪਾਂ ਜਿਹੜਾ ਇਹਨਾਂ ਦਾ ਆਨਸਰ ਆ ਇਹ BP2 'ਚ ਦੇਵਾਂਗੇ। ਹੁਣ ਆਪਣੀ ਇੱਥੇ ਇੱਕ ਵਾਈਸਲੀ ਪੈਰਾਗ੍ਰਾਫਿੰਗ ਹੋ ਗਈ BP1 ਦੀ ਐਂਡਿੰਗ। ਹੁਣ BP1 ਇੱਥੇ ਐਂਡਿੰਗ ਹੋ ਗਈ ਜਦੋਂ ਪਾਸ ਕੀਤੀ ਜਾਂਦੀ। ਹੁਣ ਦੱਸਾਂਗੇ BP2 'ਚ ਵੀ ਕਿਉਂ ਪਾਸ ਹੁੰਦੀ ਆ ਜਾਂ ਕਿਵੇਂ ਪਾਸ ਹੁੰਦੀ ਆ। ਓਕੇ, ਹੁਣ ਲੈਤਾ ਪ੍ਰੋਬਿੰਗ ਅਹੈਡ, ਵੀ ਅੱਗੇ ਵੱਧਦੇ ਹੋਏ ਕੀ ਆ? ਦੀ ਪ੍ਰੋਸੈਸ ਆਫ ਕਨਵਰਟਿੰਗ ਗੈਸ। ਉਹਦੇ ਦੇਖੋ ਨਾ ਗੈਸ ਕਨਵਰਟ ਹੁੰਦੀ ਪਈ ਆ। ਉੱਥੇ ਕਿ ਪਹਿਲਾਂ ਇਲੈਕਟ੍ਰੀਕਲ ਐਨਰਜੀ ਬਣਦੀ ਸੀ, ਗ੍ਰਾਫ ਦੇਖੋ, ਪਹਿਲਾਂ ਮਕੈਨੀਕਲ ਐਨਰਜੀ ਬਣਦੀ ਆ, ਫਿਰ ਬਣਦੀ ਆ ਇਲੈਕਟ੍ਰੀਕਲ ਐਨਰਜੀ। ਹੁਣ ਕਿਵੇਂ ਲਿਖਿਆ? ਦੀ ਪ੍ਰੋਸੈਸ ਆਫ ਕਨਵਰਟਿੰਗ ਗੈਸ, ਜਿਹੜਾ ਪ੍ਰੋਸੈਸ ਆ ਗੈਸ ਨੂੰ ਕਨਵਰਟ ਕਰਨ ਦਾ, ਕਦੇ ਵਿੱਚ ਇਨਟੂ ਮਕੈਨੀਕਲ ਐਨਰਜੀ ਟੇਕਸ ਪਲੇਸ ਇਨ ਇੰਜਨ। ਵੀ ਜਿਹੜਾ ਇਹ ਦੇਖੋ ਜਿਹੜਾ ਸਟਰਕਚਰ ਆ, ਪਹਿਲਾਂ ਤਾਂ ਇਹ ਸਮਝੋ ਵੀ ਇਹ ਕਿਤੇ ਵੀ ਲਾ ਸਕਦੇ ਆ। ਵੀ ਜਿਵੇਂ ਕੋਈ ਦੇਖੋ ਆਪਣਾ ਕੋਈ ਪ੍ਰੋਸੈਸ ਆ ਗਿਆ ਵੀ ਔਰੇਂਜ ਜੂਸ ਬਣਾਉਣਾ ਵਾ, ਹੁਣ ਉਹਨੂੰ ਔਰੇਂਜ ਨੂੰ ਛਿੱਲਣ ਦਾ ਕੰਮ ਹੁੰਦਾ ਵਾ। ਹੁਣ ਔਰੇਂਜ ਛਿੱਲਣ ਨੂੰ ਕੀ ਕਹਿੰਦੇ? ਪੀਲਿੰਗ ਕਰਨਾ। ਠੀਕ ਹੈ ਨਾ, ਆਪਾਂ ਕੀ ਕਹਿੰਦੇ? ਪ੍ਰੋਸੈਸ ਆਫ ਪੀਲਿੰਗ ਔਰੇਂਜਸ ਟੇਕਸ ਪਲੇਸ। ਠੀਕ ਹੈ ਨਾ, ਇਨ ਫੈਕਟਰੀ। ਜਿਵੇਂ ਕੋਈ ਵੀ ਪ੍ਰੋਸੈਸ ਆ ਜਿਹੜਾ ਮੈਨ ਮੇਡ, ਉਹਦੇ 'ਚ ਆਪਾਂ ਇਸ ਜਿਹੜਾ ਸਟਰਕਚਰ ਆ, ਜਿਹੜਾ ਕਿ ਇਹ ਲਾਈਨ ਆ, ਵਰਡਸ ਇਹਨੂੰ ਯੂਜ਼ ਕਰ ਸਕਦੇ ਹਾਂ। ਉੱਦਾਂ ਹੀ ਆ ਦੀ ਪ੍ਰੋਸੈਸ ਆਫ ਕਨਵਰਟਿੰਗ, ਜਿਹੜਾ ਕਨਵਰਟ ਕਰਨ ਦਾ ਵਾ ਗੈਸ ਇਨਟੂ ਕਿਵੇਂ ਕਨਵਰਟ ਕਾਹਦੇ ਵਿੱਚ ਕਰਨਾ ਗੈਸ ਨੂੰ? ਇਨਟੂ ਮਕੈਨੀਕਲ ਐਨਰਜੀ ਟੇਕਸ ਪਲੇਸ ਕਿੱਥੇ? ਇਨ ਇੰਜਨ। ਹੁਣ ਜਿੱਥੇ ਮੈਂ ਤੁਹਾਨੂੰ ਦੱਸਿਆ ਅੱਗੇ, ਜਿੱਥੇ ਆਪਾਂ ਵਿਚ ਨੂੰ ਕੱਟਣਾ ਉੱਥੇ ਆਪਾਂ ਕੌਮਾ ਲਾਈਦਾ। ਇੰਜਨ ਤੋਂ ਅੱਗੇ ਆਪਾਂ ਲਾਇਆ ਵਾ ਕੌਮਾ। ਵਿਚ ਇਜ਼ ਡਾਇਰੈਕਟਲੀ ਲਿੰਕਡ ਟੂ ਜਨਰੇਟਰ, ਜਿਹੜਾ ਕਿ ਡਾਇਰੈਕਟਲੀ ਲਿੰਕ ਆ ਕਾਸ ਨਾਲ ਜਨਰੇਟਰ ਨਾਲ। ਵਿਚ ਇਜ਼ ਵਰਕਿੰਗ, ਜਿਹੜਾ ਕਿ ਕੰਮ ਕਰ ਰਿਹਾ ਵਾ। ਕਾਹਦਾ ਕੰਮ ਕਰ ਰਿਹਾ ਵਾ? ਟੂ ਪ੍ਰੋਡਿਊਸ ਇਲੈਕਟ੍ਰੀਕਲ ਐਨਰਜੀ, ਜਿਹੜਾ ਕਿ ਇਲੈਕਟ੍ਰੀਕਲ ਐਨਰਜੀ ਬਣਾਉਂਦਾ। ਕਾਹਦੇ ਤੋਂ? ਫਰੋਮ ਮਕੈਨੀਕਲ, ਜਿਹੜਾ ਕਿ ਮਕੈਨੀਕਲ ਤੋਂ ਇਲੈਕਟ੍ਰੀਕਲ ਐਨਰਜੀ ਬਣਾਉਂਦਾ ਵਾ। ਹੁਣ ਦੇਖੋ ਇਹਦੇ 'ਚ ਆਪਾਂ ਵੇਰੀਏਸ਼ਨ ਦਾ ਖਾਸ ਧਿਆਨ ਰੱਖਿਆ ਵਾ। ਪਹਿਲਾਂ ਆਪਾਂ ਲਾਇਆ ਸੀਗਾ ਪ੍ਰੈਜ਼ੈਂਟ ਡੈਫੀਨਿਟ, ਕਿਉਂਕਿ ਟੇਕਸ। ਠੀਕ ਹੈ ਨਾ, ਵਰਬ ਦੀ ਫਸਟ ਫਾਰਮ ਨਾਲ ਐਸ ਲੱਗੀ ਆ, ਆਪਾਂ ਪ੍ਰੈਜ਼ੈਂਟ ਡੈਫੀਨਿਟ ਟੈਂਸ ਬਣਾਇਆ। ਦੂਸਰਾ ਲਿਖਿਆ ਵਾ ਇਜ਼ ਵਰਕਿੰਗ, ਪ੍ਰੈਜ਼ੈਂਟ ਕੰਟੀਨਿਊਸ ਟੈਂਸ ਬਣਾਇਆ ਵਾ। ਇਹ ਵੀ ਧਿਆਨ ਰੱਖਣਾ ਵੀ ਜੇ ਆਪਾਂ ਸਾਰੇ ਪੈਸਿਵ ਬਣਾ ਰਹੇ ਹਾਂ ਜਾਂ ਸਾਰੇ ਇੰਡੈਫੀਨਿਟ ਬਣਾ ਰਹੇ ਹਾਂ ਤਾਂ ਵੀ ਥੋੜ੍ਹੀ ਰੈਪੀਟੇਸ਼ਨ ਹੁੰਦੀ ਪਈ ਆ। ਸੋ ਟੈਂਸ ਦੀ ਵੇਰੀਏਸ਼ਨ ਵੀ ਲੈ ਕੇ ਆਉਣੀ ਆ। ਜਿਹੜਾ ਕਿ ਕਹਿੰਦੇ ਡਾਇਰੈਕਟਲੀ ਲਿੰਕ ਆ ਜਨਰੇਟਰ ਨਾਲ, ਜਿਹੜਾ ਕਿ ਵਰਕ ਕਰਦਾ ਵਾ ਟੂ ਪ੍ਰੋਡਿਊਸ ਇਲੈਕਟ੍ਰੀਕਲ ਐਨਰਜੀ ਫਰੋਮ ਕਾਹਦੇ ਤੋਂ? ਮਕੈਨੀਕਲ ਤੋਂ। ਇਵੈਂਚੁਅਲੀ ਵੀ ਐਂਡ 'ਤੇ ਬਿਫੋਰ ਸਪਲਾਈਂਗ
ਸਪਲਾਈ ਕਰਨ ਤੋਂ ਪਹਿਲਾਂ ਕਿੱਥੇ ਸਪਲਾਈਂਗ ਟੂ ਹਾਊਸ ਹੋਲਡ ਜਾਂ ਫॉर ਡੋਮੈਸਟਿਕ ਯੂਜ਼ਸ ਦੋਨੇ ਕੁਛ ਵੀ ਲਿਖ ਸਕਦੇ ਆ ਵੀ ਹਾਊਸ ਹੋਲਡ ਦੇ ਲਈ ਜਾਂ ਡੋਮੈਸਟਿਕ ਯੂਜ਼ ਦੇ ਲਈ ਇਟ ਇਜ਼ ਕਨਵਰਟਡ ਇਹਨੂੰ ਸੌਰੀ ਇਟ ਇਜ਼ ਕੰਜ਼ਰਵ ਹੁੰਦਾ ਪ੍ਰਜ਼ਰਵ ਦਾ ਸਿਨੋਨਿਮ ਇਟ ਇਜ਼ ਕੰਜ਼ਰਵਡ ਕੈਪਟ ਜਾਂ ਰਿਜ਼ਰਵਡ ਠੀਕ ਹੈ ਨਾ ਵੀ ਇਹਨੂੰ ਕੰਜ਼ਰਵ ਕੀਤਾ ਜਾਂਦਾ ਜਾਂ ਕੈਪਟ ਕੀਤਾ ਜਾਂਦਾ ਜਾਂ ਰਿਜ਼ਰਵਡ ਕੀਤਾ ਜਾਂਦਾ ਕਿੱਥੇ ਇਨ ਬੈਟਰੀਜ਼ ਫॉर ਯੂਜ਼ਿੰਗ ਇਟ ਲੌਂਗ ਵੀ ਇਹਨੂੰ ਲੰਬੇ ਸਮੇਂ ਲਈ ਯੂਜ਼ ਕਰਨ ਦੇ ਲਈ ਇਹਨੂੰ ਉੱਥੇ ਰਿਜ਼ਰਵ ਕੀਤਾ ਜਾਂਦਾ ਜਾਂ ਪ੍ਰਜ਼ਰਵ ਕੀਤਾ ਜਾਂਦਾ ਜਾਂ ਕੰਜ਼ਰਵ ਕੀਤਾ ਜਾਂਦਾ ਹੁਣ ਆਪਾਂ ਸੈਕਿੰਡ ਸਟਰਕਚਰ ਲਾਤਾ ਕਿਹੜਾ ਲਾਤਾ ਵਾ ਬਿਫੋਰ ਵਾਲਾ ਵੀ ਕੁਛ ਹੋਣ ਤੋਂ ਪਹਿਲਾਂ ਆਹ ਕੰਮ ਕੀਤਾ ਜਾਂਦਾ ਜਿਵੇਂ ਬਿਫੋਰ ਸ਼ਿਪਿੰਗ ਠੀਕ ਹੈ ਨਾ ਕੈਨਿੰਗ ਇਜ਼ ਡਨ ਜਿਵੇਂ ਸੰਤਰੇ ਦਾ ਆਪਾਂ ਯੂਜ਼ ਬਣਾਉਣਾ ਵਾ ਵੀ ਉਹਦੀ ਪਹਿਲਾਂ ਕੈਨਿੰਗ ਕੀਤੀ ਜਾਂਦੀ ਉਹਨੂੰ ਕੈਨ ਵਿੱਚ ਪੈਕ ਕੀਤਾ ਜਾਂਦਾ ਵਾ ਇੱਥੇ ਆਪਾਂ ਬਿਫੋਰ ਵਾਲਾ ਲਾ ਸਕਦੇ ਹਾਂ ਇੱਕ ਟੇਕਸ ਪਲੇਸ ਵਾਲਾ ਇੱਕ ਬਿਫੋਰ ਵਾਲਾ ਠੀਕ ਹੈ ਦੋ ਇਹ ਹੋ ਗਏ ਅਤੇ ਬਾਕੀ ਤੁਸੀਂ ਇਹਦੇ 'ਚ ਦੇਖੋ ਵੀ ਆਪਾਂ ਜਿਹੜੇ ਵਰਡਸ ਆ ਠੀਕ ਹੈ ਜੀ ਉਹ ਆਪਾਂ ਟਰਾਈ ਕੀਤਾ ਵੀ ਆਪਾਂ ਕੋਈ ਰੈਪੀਟੇਸ਼ਨ ਨਾ ਕਰੀਏ ਸੈਂਟੈਂਸ ਰੈਪੀਟੇਸ਼ਨ ਨਾ ਕਰੀਏ ਸੋ ਇਹਦੇ ਹੀ ਤੁਹਾਨੂੰ ਨੰਬਰ ਮਿਲਦੇ ਆ ਸੋ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਵਾ ਬਾਕੀ ਜੇਕਰ ਇਹ ਆਪਣੀ ਵੀਡੀਓ ਦਾ ਐਂਡ ਹੈ ਟਾਸਕ ਦਾ ਜੇਕਰ ਤੁਹਾਨੂੰ ਕੋਈ ਵੀ ਚੀਜ਼ ਇੰਟਰੋ ਓਵਰਆਲ ਜਾਂ ਸਮਝ ਨਾ ਲੱਗੀ ਜਾਂ ਉਹਨੂੰ ਕਿਵੇਂ ਯੂਜ਼ ਕਰਨਾ ਵਾ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ ਫਿਰ ਡਿਸਕ੍ਰਿਪਸ਼ਨ 'ਚ ਮੇਰਾ ਪਰਸਨਲ ਕੰਟੈਕਟ ਲੈ ਕੇ ਤੁਸੀਂ ਮੈਨੂੰ ਕੰਟੈਕਟ ਕਰ ਲਿਓ ਅਤੇ ਮੈਂ ਤੁਹਾਨੂੰ ਗਾਈਡ ਕਰ ਦੂੰਗਾ ਬਾਕੀ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਹੜੀ ਇਨਫੋਰਮੇਸ਼ਨ ਹੋਰ ਲੋਕਾਂ ਤੱਕ ਪਹੁੰਚੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਸਾਰਿਆਂ ਦਾ ਥੈਂਕ ਯੂ ਜੀ